ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ ਰਾਗ ਬਿਲਾਵਲ ਵਿੱਚ। ਕਬੀਰ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਲੜੀਵਾਰ ਸ਼ਬਦ ਚੱਲ ਰਹੇ ਨੇ। 856 ਅੰਗ ਤੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਪਹੁੰਚੀ ਹੈ। ਮਹਾਰਾਜ ਕਬੀਰ ਜੀ ਸ਼ਬਦ ਉਚਾਰਦੇ ਨੇ, ਬੇਨਤੀ ਕਰ ਰਹੇ ਨੇ ਆਪਣੇ ਮਾਲਕ ਦੇ ਚਰਨਾਂ ਵਿੱਚ। ਇਹ ਬੇਨਤੀ ਸਾਨੂੰ ਕਰਨੀ ਸਿਖਾ ਰਹੇ ਨੇ ਕਿ ਐ ਗੁਰੂ ਕੇ ਪਿਆਰਿਓ, ਆਪਣੇ ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਇਉਂ ਬੇਨਤੀ ਕਰੋ। ਸੁਣੀਏ ਜੀ। ਬਿਲਾਵਲ ਦਰ ਮੰਦੇ ਠੰਡੇ ਦਰਬਾਰ, ਦਰ ਮੰਦੇ ਆਜਜ ਹੋ ਕੇ, ਦੁਖੀ ਹੋ ਕੇ ਮੈਂ ਤੇਰੇ ਦਰ ਤੇ ਖੜਾ, ਤੇਰੇ ਦਰਬਾਰ ਤੇ ਖੜਾ। ਦਰ ਮੰਦੇ ਸ਼ਬਦ ਦੇ ਅਰਥ ਨੇ ਆਜਿਜ਼, ਫਾਰਸੀ ਦਾ ਲਫ਼ਜ਼ ਹੈ। ਮਹਾਰਾਜ ਮੈਂ ਆਜਿਜ਼ ਹੋ ਕੇ, ਦੁਖੀ ਹੋ ਕੇ, ਫਰਿਆਦੀ ਬਣ ਕੇ ਤੇਰੇ ਦਰਬਾਰ ਦੇ ਸਨਮੁਖ ਖੜਾ। ਠਾਂਡੇ ਦਾ ਮਤਲਬ ਹੁੰਦਾ ਖਲੋਣਾ, ਖੜਨਾ। ਤੇਰੇ ਦਰਾਂ ਤੇ ਖੜਾ। ਅਕਸਰ ਇਹ ਪਾਵਨ ਬਚਨ ਗੁਰਸਿੱਖ ਅੰਮ੍ਰਿਤ ਵੇਲੇ ਜਦੋਂ ਸਤਿਗੁਰਾਂ ਦੇ ਦਰਬਾਰ ਦੇ ਸਨਮੁਖ ਆਉਂਦੇ ਤੇ ਕਿਵਾੜ ਖੁੱਲ੍ਹਣਾ ਹੁੰਦਾ ਨਾ, ਦਰਵਾਜ਼ਾ ਖੁੱਲ੍ਹਣਾ ਹੁੰਦਾ, ਤੇ ਕਿਵਾੜ ਖੁੱਲਣ ਤੋਂ ਪਹਿਲਾਂ ਬਾਹਰ ਖਲੋਤੀ ਸੰਗਤ ਇਹ ਬਚਨ ਪੜ੍ਹਦੀ ਹੈ, ਦਰ ਮੰਦੇ ਠਾਂਡੇ ਦਰਬਾਰ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤ੍ਰਿਪਹਿਰੇ ਦੀ ਚੌਂਕੀ ਤੋਂ ਪਹਿਲਾਂ ਜਦੋਂ ਦਰਸ਼ਨੀ ਡਿਉੜੀ ਦਾ ਦਰਵਾਜ਼ਾ ਖੁੱਲ੍ਹਣਾ ਹੁੰਦਾ ਤੇ ਬਾਹਰ ਬੈਠੀ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਦੀ ਜਗਿਆਸਾ ਰੱਖ ਕੇ, ਕਾਮਨਾ ਰੱਖ ਕੇ, ਤੋ ਇਹੋ ਜਿਹੇ ਸ਼ਬਦ, ਆਹ ਸ਼ਬਦ ਵੀ ਰੋਜ਼ਾਨਾ ਉੱਥੇ ਪੜ੍ਹਿਆ ਜਾਂਦਾ ਹੈ। ਰੋਜ਼ਾਨਾ ਦਰ ਮੰਦੇ ਠਾਂਡੇ ਦਰਬਾਰ। ਮਹਾਰਾਜ ਮੈਂ ਆਜਿਜ਼ ਹੋ ਕੇ, ਫਰਿਆਦੀ ਹੋ ਕੇ, ਜਨਮ ਮਰਨ ਦੇ ਭੈ ਤੋਂ ਡਰ ਕੇ ਤੁਹਾਡੇ ਦਰਬਾਰ ਦੇ ਸਨਮੁਖ ਆ ਖਲੋਤਾ, ਤੁਹਾਡੇ ਦਰਾਂ ਮੂਹਰੇ ਆਣ ਖਲੋਤਾ ਹਾਂ। ਹੋ ਜਵੇ ਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਮਹਾਰਾਜ ਜੀ ਤੁਹਾਡੇ ਬਿਨਾ ਮੇਰੀ ਸੁਰਤ ਕਿਹਨੇ ਕਰਨੀ ਹੈ, ਮੇਰਾ ਖਿਆਲ ਕਿਹਨੇ ਕਰਨਾ। ਮਹਾਰਾਜ ਤੁਹਾਡੇ ਬਿਨਾ ਤਾਂ ਨਹੀਂ ਮੇਰੀ ਕਿਸੇ ਨੇ ਸੁਰਤ ਗਿਆਤ ਕਰਨੀ, ਤੁਹਾਡੇ ਬਿਨਾ ਮੈਨੂੰ ਕਿਹਨੇ ਚੇਤੇ ਕਰਨਾ। ਮਹਾਰਾਜ ਆਜਿਜ਼ ਨੂੰ, ਗਰੀਬ ਨੂੰ ਤੁਸੀਂ ਚੇਤੇ ਕਰਨਾ। ਉਦਾਂ ਤਾਂ ਮਹਾਰਾਜ ਕੋਈ ਨਹੀਂ ਜਾਣਦਾ, ਕੋਈ ਨਹੀਂ ਸਿਆਣਦਾ। ਤੁਹਾਡੇ ਬਿਨਾ ਮੇਰੀ ਸੁਰਤ, ਮੇਰੀ ਗਿਆਤ ਹੈ ਪ੍ਰਭੂ ਮੇਰੇ ਮਾਲਕ ਕਿਹਨੇ ਕਰਨੀ ਹੈ। ਕਿਰਪਾ ਕਰੋ ਦਰਸ਼ਨ ਦੀਜੈ ਖੋਲ ਕਿਵਾਰ। ਜਿਹੜੇ 5 ਦਰਵਾਜ਼ੇ ਲੱਗੇ ਹੋਏ ਨੇ ਨਾ, 5 ਦਰਵਾਜ਼ੇ ਭਿੜੇ ਹੋਏ ਨੇ, ਇਹਨਾਂ 5 ਦਰਵਾਜ਼ਿਆਂ ਨੂੰ ਖੋਲ ਕੇ ਮੈਨੂੰ ਆਪਣੇ ਦਰਸ਼ਨ ਦਿਓ। ਆਖਿਆ ਜੀ ਇਹ ਜਿਹੜੇ 5 ਦਰਵਾਜ਼ੇ ਨੇ ਕਿਹੜੇ ਨੇ, ਜਿਹੜੇ ਉਹਨੇ ਖੋਲਣੇ ਆ ਤਾਂ ਖੁੱਲਣੇ। ਇਹ 5 ਦਰਵਾਜ਼ੇ ਨੇ 5 ਕੋਸ਼, ਅੰਨਮय ਕੋਸ਼, ਪ੍ਰਾਣਮय ਕੋਸ਼, ਮਨੋਮय ਕੋਸ਼, ਵਿਗਿਆਨਮय ਕੋਸ਼ ਤੇ ਆਨੰਦਮय ਕੋਸ਼। ਇਹ 5 ਕੋਸ਼ ਨੇ, ਇਹ 5 ਪਰਦੇ ਨੇ, ਇਹ 5 ਦਰਵਾਜ਼ੇ ਨੇ। ਬਾਹਰਲਾ ਪਰਦਾ ਪਹਿਲਾਂ ਆਹ ਸਰੀਰ ਹੈ, ਇਹਨੂੰ ਕਹਿੰਦੇ ਅੰਨਮय ਕੋਸ਼। ਇਹ ਅੰਨ ਤੋਂ ਬਣਿਆ। ਫਿਰ ਇਹਦੇ ਚ ਪ੍ਰਾਣ ਚੱਲ ਰਹੇ ਨੇ, ਉਹ ਪ੍ਰਾਣਮय ਕੋਸ਼ ਹੈ। ਇਹ ਦੂਜਾ ਪਰਦਾ, ਦੂਜਾ ਦਰਵਾਜ਼ਾ। ਫਿਰ ਉਹਦੇ ਅੰਦਰ ਹੈ ਮਨੋਮय ਕੋਸ਼, ਕਿਉਂਕਿ ਮਨ ਪ੍ਰਾਣਾਂ ਦੇ ਉੱਤੇ ਸਵਾਰ ਹੁੰਦਾ ਤੇ ਮਨ ਤੋਂ ਪਰੇ ਹੈ ਬੁੱਧੀ, ਜਿਹਨੂੰ ਕਹਿੰਦੇ ਆ ਵਿਗਿਆਨਮय ਕੋਸ਼। ਇਹ ਚੌਥਾ ਦਰਵਾਜ਼ਾ ਹੈ। ਤੇ ਚੌਥੇ ਦਰਵਾਜ਼ੇ ਤੋਂ ਪਰੇ ਹੈ ਆਨੰਦਮय ਕੋਸ਼, ਜਿਹਨੂੰ 5ਵਾਂ ਦਰਵਾਜ਼ਾ ਕਹਿੰਦੇ। ਜਦੋਂ ਉਹ ਖੁੱਲੇਗਾ ਫਿਰ ਅੰਦਰ ਆਤਮਾ ਦੇ ਸਵਰੂਪ ਦੇ ਦਰਸ਼ਨ ਹੋਣਗੇ। ਇਹ 5 ਦਰਵਾਜ਼ੇ ਹੈ।
ਮਹਾਰਾਜ ਕਿਰਪਾ ਕਰੋ, ਇਹ 5 ਕੋਸ਼ਾਂ ਦੇ ਦਰਵਾਜ਼ੇ ਖੋਲ ਕੇ ਸਾਨੂੰ ਦਰਸ਼ਨ ਦਿਓ ਮਹਾਰਾਜ। ਦਰਸ਼ਨ ਦੀਜਾ ਖੋਲ ਕੇ ਵਾਰ, ਦਰਸ਼ਨ ਦੀਜਾ ਖੋਲ ਕੇ ਵਾਰ, ਦਰਸ਼ਨ ਦੀਜੈ ਖੋਲ ਕੇ ਵਾਰ, ਦਰਸ਼ਨ ਦੀਜੈ ਖੋਲ ਕੇ ਵਾਰ, ਦਰਸ਼ਨ ਦੀਜਾ ਖੋਲ ਕੇ ਵਾਰ, ਦਰਸ਼ਨ ਦੀਜਾ ਖੋਲ ਕੇ ਵਾਰ, ਦਰਸ਼ਨ ਦੀਜੈ ਖੋਲ ਕੇ ਵਾਰ, ਦਰਸ਼ਨ ਦੀਜੈ ਖੋਲ ਕੇ ਵਾਰ। ਮਹਾਰਾਜ ਜੀ ਤੁਹਾਡੇ ਬਿਨਾਂ ਸਾਡੀ ਸੁਰਤ ਕਿਹਨੇ ਕਰਨੀ, ਕਿਹਨੇ ਸਾਡਾ ਖਿਆਲ ਰੱਖਣਾ। ਮਹਾਰਾਜ ਕਿਰਪਾ ਕਰੋ, ਇਹ 5 ਕੋਸ਼ਾਂ ਦੇ ਦਰਵਾਜ਼ੇ ਖੋਲ ਕੇ ਸਾਨੂੰ ਆਪਣੇ ਦਰਸ਼ਨ ਦੇ ਕੇ ਕਰਤਾਰਥ ਕਰੋ। ਰਹਾਉ ਤੁਮ ਧਨ ਧਨੀ ਉਦਾਰ ਤਿਆਗੀ, ਸ਼੍ਰਵਣਨ ਸੁਣੀਅਤ ਸੁਜਸ ਤੁਮਾਰ। ਮਹਾਰਾਜ ਜੀ ਦੁਨੀਆ ਦੇ ਜਿਤਨੇ ਧਨੀ ਨੇ ਉਹਨਾਂ ਸਾਰਿਆਂ ਚੋਂ ਵੱਡੇ ਧਨੀ ਤੁਸੀਂ, ਧਨਵਾਨਾਂ ਵਿੱਚੋਂ ਵੱਡੇ ਧਨਵਾਨ ਹੋ, ਰਾਜਿਆਂ ਵਿੱਚ ਵੱਡੇ ਰਾਜੇ ਹੋ, ਯੋਗੀਆਂ ਵਿੱਚ ਵੱਡੇ ਯੋਗੀ ਹੋ। ਮਹਾਰਾਜ ਜੀ ਤੁਸੀਂ ਜਿਤਨੇ ਧਨਵਾਨ ਨੇ ਉਹਨਾਂ ਵਿੱਚ ਉਦਾਰ ਧਨੀ, ਤੁਮ ਧਨ ਧਨੀ ਉਦਾਰ, ਉਦਾਰ ਬੜੇ ਹੋ। ਦੁਨੀਆ ਦੇ ਲੋਕ ਜਿੰਨੇ ਵੱਡੇ ਧਨਵਾਨ ਹੁੰਦੇ ਨੇ ਓਨੇ ਹੀ ਸ਼ੂਮ ਤੇ ਕੰਜੂਸ ਹੋ ਜਾਂਦੇ ਨੇ, ਉਹ ਧਨੀ ਉਦਾਰ ਨਹੀਂ ਹੁੰਦੇ, ਉਹਨਾਂ 'ਚ ਉਦਾਰਤਾ ਨਹੀਂ ਹੁੰਦੀ। ਹੇ ਪ੍ਰਭੂ ਤੂੰ ਧਨੀ ਵੀ ਹੈ ਤੇ ਤੂੰ ਉਦਾਰ ਵੀ ਹੈ, ਤੇਰਾ ਹਿਰਦਾ ਖੁੱਲਾ ਹੈ, ਖੁੱਲੇ ਦਿਲ ਵਾਲਾ, ਕੰਜੂਸੀ ਨਹੀਂ ਤੇਰੇ ਹਿਰਦੇ 'ਚ, ਤੂੰ ਖੁੱਲੇ ਦਿਲ ਵਾਲਾ। ਜਿੱਥੇ ਉਦਾਰ ਹੈ ਉੱਥੇ ਤਿਆਗੀ ਵੀ ਹੈ, ਤੇਰੇ ਜੈਸਾ ਤਿਆਗੀ ਕੋਈ ਨਹੀਂ, ਕਿਉਂਕਿ ਸਭ ਵਿੱਚ ਮਿਲ ਕੇ ਵੀ ਸਭ ਤੋਂ ਨਿਰਾਲਾ ਰਹਿਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦੇ ਤੋਂ ਵੱਡਾ ਤਿਆਗੀ ਹੋਰ ਕੌਣ ਹੈ। ਸਭ ਵਿੱਚ ਮਿਲ ਕੇ ਫਿਰ ਸਭ ਤੋਂ ਨਿਰਾਲਾ ਹੋ ਕੇ ਰਹਿਣਾ, ਸਭ ਤੋਂ ਵੱਖਰਾ ਹੋ ਕੇ ਰਹਿਣਾ। हे ਮਹਾਰਾਜ ਜੀ ਤੁਸੀਂ ਐਸੇ ਤਿਆਗੀ ਹੋ। ਸਰਵਨਨ ਸੁਨੀਅਤ ਸੁਜਸ ਤੁਮਾਰ, ਮੈਂ ਆਪਣੇ ਸ਼ਰਵਣਾ ਨਾਲ, ਆਪਣੇ ਕੰਨਾਂ ਨਾਲ ਤੁਹਾਡਾ ਸੁਜਸ ਸੁਣਿਆ, ਤੁਹਾਡੀ ਮਹਿਮਾ ਸੁਣਦਾ ਹਾਂ, ਤੁਹਾਡੀ ਵਡਿਆਈ ਸੁਣਦਾ ਹਾਂ ਕਿ ਤੁਸੀਂ ਧਨੀ ਹੋ, ਤੁਸੀਂ ਉਦਾਰ ਹੋ, ਤੁਸੀਂ ਤਿਆਗੀ ਹੋ। ਤੁਹਾਡਾ ਐਸਾ ਸੁਜਸ, ਤੁਹਾਡੀ ਐਸੀ ਮਹਿਮਾ ਸਿਫਤ ਮੈਂ ਆਪਣੇ ਕੰਨਾਂ ਨਾਲ ਸੁਣਦਾ ਹਾਂ। ਮੰਗੋ ਕਾਇ ਰੰਗ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਮਹਾਰਾਜ ਜੀ ਤੁਹਾਡੇ ਤੋਂ ਬਿਨਾਂ ਮੈਂ ਕਿਹਦੇ ਕੋਲੋਂ ਮੰਗਾ। ਜਿਹਦੇ ਕੋਲ ਵੀ ਮੰਗਣ ਵਾਸਤੇ ਵੇਖਦਾ ਤੇ ਉਹ ਜਿਹਦੇ ਕੋਲ ਮੰਗਦਾ ਉਹ ਮੈਨੂੰ ਭਿਖਾਰੀ ਪ੍ਰਤੀਤ ਹੁੰਦੇ ਨੇ, ਆਪ ਮੰਗਤੇ ਪ੍ਰਤੀਤ ਹੁੰਦੇ ਨੇ। ਮੰਗਤਿਆਂ ਕੋਲੋਂ ਕੀ ਮੰਗਾ। ਹੇ ਪ੍ਰਭੂ ਕਿਹਦੇ ਕੋਲੋਂ ਮੰਗਾ, ਤੇਰੇ ਤੋਂ ਬਿਨਾਂ ਹੋਰ ਕਿਹਦੇ ਕੋਲੋਂ ਮੰਗਾ। ਜਿਨ੍ਹਾਂ ਕੋਲ ਵੀ ਵੇਖਦਾ ਮੰਗਣ ਵਾਸਤੇ ਵੀ ਇਹਦੇ ਕੋਲੋਂ ਮੰਗੀਏ ਤੇ ਉਹ ਵੀ ਅੱਗੋਂ ਰੰਗ ਕੀ ਦਿਸਦਾ, ਭਿਖਾਰੀ ਦਿਸਦਾ। ਜਦੋਂ ਸਾਰੇ ਭਿਖਾਰੀ ਨੇ ਤੇ ਹੇ ਪ੍ਰਭੂ ਤੇਰੇ ਤੋਂ ਬਿਨਾਂ ਹੋਰ ਕਿਹਦੇ ਕੋਲੋਂ ਮੰਗੀਏ। ਤੂੰ ਵੱਡਿਆਂ ਤੋਂ ਵੱਡਾ ਹੈ, ਕਿਹਦੇ ਕੋਲੋਂ ਮੰਗੀਏ ਮਹਾਰਾਜ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਰੱਬ ਦੇ ਪਿਆਰੇ ਜੋ ਆਪਣੇ ਮਾਲਕ ਕੋਲੋਂ ਮੰਗਦੇ ਆ, ਮਾਲਕ ਉਹਨਾਂ ਨੂੰ ਦੇ ਦਿੰਦਾ। ਤੇਰੇ ਤੋਂ ਬਿਨਾਂ ਹੈ ਪ੍ਰਭੂ ਮੈਨੂੰ ਸਭ ਮੰਗਤੇ ਹੀ ਪ੍ਰਤੀਤ ਹੁੰਦੇ, ਹੈਣ ਵੀ ਮੰਗਤੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਕਿਹਦੇ ਕੋਲੋਂ ਮੰਗੀਏ ਮਹਾਰਾਜ, ਸਾਰੇ ਹੀ ਤੇਰੇ ਦਰ ਦੇ ਮੰਗਤੇ ਹਨ। ਤੁਮ ਹੀ ਤੇ ਮੇਰੋ ਨਿਸਤਾਰ। ਜੇ ਮੇਰਾ ਭਲਾ ਹੋਣਾ ਤੇ ਤੁਹਾਡੇ ਤੋਂ ਹੀ ਹੋਣਾ ਮਹਾਰਾਜ, ਕਿਸੇ ਦੂਜੇ ਨੇ ਮੇਰਾ ਭਲਾ ਨਹੀਂ ਕਰਨਾ, ਨਾ ਹੀ ਕਿਸੇ ਕੋਲੋਂ ਹੋਣਾ। ਮੇਰਾ ਜੇ ਪਾਰ ਉਤਾਰਾ ਹੋਣਾ, ਜੇ ਮੇਰਾ ਇਸ ਭਵ ਸਾਗਰ ਤੋਂ ਛੁਟਕਾਰਾ ਹੋਣਾ ਤਾਂ ਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਤੋਂ ਹੋਣਾ। ਤੁਹਾਡੇ ਬਿਨਾਂ ਹੋਰ ਕੋਈ ਨਹੀਂ ਕਰ ਸਕੇਗਾ, ਇਹ ਤੁਸੀਂ ਕਰ ਸਕਦੇ ਹੋ ਮਹਾਰਾਜ। ਤੁਸੀਂ ਸਮਰੱਥ ਦੇਵ ਹੋ ਮਹਾਰਾਜ,
ਤੁਹਾਡੇ ਤੋਂ ਬਿਨਾਂ ਬਾਕੀ ਸਭ ਮੰਗਤੇ ਨੇ ਤੁਹਾਡੇ ਦਰ ਦੇ, ਤੇ ਮੰਗਤਿਆਂ ਨੂੰ ਹੁਣ ਵੇਖ ਕੇ ਉਹਨਾਂ ਕੋਲੋਂ ਕੀ ਮੰਗੀਏ ਮਹਾਰਾਜ। ਤੁਹਾਡੇ ਤੇ ਹੀ ਮੇਰੀ ਟੇਕ ਹੈ, ਤੁਹਾਡੇ ਤੇ ਹੀ ਮੇਰਾ ਆਸਰਾ ਹੈ। ਜੈ ਦਿਓ ਨਾਮਾ ਬਿਪਸੁਦਾਮਾ, ਤੇਰੇ ਕੋ ਕਿਰਪਾ ਭਈ ਹੈ ਅਪਾਰ। ਜੈ ਦੇਵ ਜੀ ਮਹਾਰਾਜ ਇਤਨੇ ਮਹਾਨ ਭਗਤ, ਬ੍ਰਾਹਮਣ ਜਾਤੀ ਚੋਂ ਸਨ। ਇਹਨਾਂ ਦੇ ਗੋਬਿੰਦ ਗੀਤ ਜੋ ਇਹਨਾਂ ਨੇ ਲਿਖੇ ਹਰ ਮੰਦਰ ਵਿੱਚ ਗਾਏ ਜਾਂਦੇ ਸਨ। ਹਰ ਮੰਦਰ ਵਿੱਚ ਮਹਾਨ ਭਗਤ ਭਗਤ ਜੈ ਦੇਵ ਜੀ। ਭਗਤ ਜੈ ਦੇਵ ਜੀ ਦੀ ਬਾਣੀ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਪ੍ਰਮਾਦ ਪੁਰਖ ਮਨੋ ਪਿਮੰਗ ਸਤ ਆਦ ਭਾਵ ਰਤਨ। ਨਾਮਾ ਜੈ ਦਿਓ ਨਾਮਾ, ਕਬੀਰ ਜੀ ਨਾ ਮਹਾਂਪੁਰਸ਼ਾਂ ਦਾ ਜ਼ਿਕਰ ਕਰ ਰਹੇ ਨੇ। ਦੂਸਰੇ ਨਾਮਦੇਵ ਜੀ ਹਨ। ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਨਾਮਦੇਵ ਜੀ ਬਿਪ ਸੁਦਾਮਾ, ਬ੍ਰਾਹਮਣ ਸੁਦਾਮਾ, ਸੁਦਾਮਾ ਵੀ ਬ੍ਰਾਹਮਣ ਸੀ। ਇਸ ਕਰਕੇ ਇੱਥੇ ਬਿਪ ਸ਼ਬਦ ਵਰਤਿਆ ਕਬੀਰ ਜੀ ਨੇ ਸੁਦਾਮਾ ਜੀ ਦੇ ਨਾਂ ਨਾਲ, ਕਿਉਂਕਿ ਅਸਲ 'ਚ ਬ੍ਰਾਹਮਣ ਸੀ ਸੁਦਾਮਾ ਜੀ, ਕੇਵਲ ਜਨਮ ਕਰਕੇ ਬ੍ਰਾਹਮਣ ਨਹੀਂ ਸੀ, ਉਦਾਂ ਵੀ ਬ੍ਰਾਹਮਣ ਸੀ। ਜਿਹੜਾ ਬ੍ਰਹਮ ਨੂੰ ਜਾਣ ਲਵੇ ਉਹਨੂੰ ਬ੍ਰਾਹਮਣ ਕਹਿੰਦੇ ਆ। ਤੂੰ ਸੁਦਾਮਾ ਜੀ ਜੈਸੇ ਮਹਾਪੁਰਸ਼, ਤਿਨ ਕੋ ਕਿਰਪਾ ਭਈ ਹੈ ਅਪਾਰ। ਇਹਨਾਂ ਮਹਾਪੁਰਸ਼ਾਂ ਤੇ ਜੈ ਦੇਵ ਤੇ ਨਾਮਦੇਵ ਜੀ ਤੇ ਸੁਦਾਮਾ ਜੀ ਤੇ ਇਹਨਾਂ ਤੇ ਸਾਰਿਆਂ ਤੇ ਮਹਾਰਾਜ ਤੁਹਾਡੀ ਕਿਰਪਾ ਹੋਈ ਹੈ। ਅਪਾਰ ਕਿਰਪਾ ਇਹਨਾਂ ਤੇ ਤੁਸਾਂ ਨੇ ਕੀਤੀ ਹੈ। ਅਪਾਰ ਦਾ ਮਤਲਬ ਜਿਹਦਾ ਪਾਰਾਵਾਰ ਹੀ ਨਹੀਂ, ਇਤਨੀ ਕਿਰਪਾ ਕੀਤੀ ਹੈ। ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨੰਬਰ। ਕਬੀਰ ਜੀ ਮਹਾਰਾਜ ਜੀ ਕਹਿੰਦੇ, ਹੈ ਪ੍ਰਭੂ ਤੂੰ ਸਮਰੱਥ ਦਾਤਾ ਹੈ। ਤੁਮ ਸਮਰੱਥ ਦਾਤੇ, ਮਹਾਰਾਜ ਤੁਸੀਂ ਸਮਰੱਥ ਦਾਤੇ ਹੋ। ਚਾਰ ਪਦਾਰਥ ਦੇਤ ਨ ਬਾਰ। ਚਾਰ ਪਦਾਰਥ ਦੇਂਦਿਆਂ ਤੁਸੀਂ ਦੇਰੀ ਨਹੀਂ ਲਾਉਂਦੇ। ਧਰਮ, ਅਰਥ, ਕਾਮ, ਮੋਕਸ਼, ਇਹ ਚਾਰ ਪਦਾਰਥ ਨੇ ਮਹਾਰਾਜ। ਜਿਹੜਾ ਤੁਹਾਡੀ ਪਨਾਹ ਚ ਆ ਜਾਂਦਾ ਤੁਸੀਂ ਉਹਨਾਂ ਨੂੰ ਚਾਰੇ ਹੀ ਬਖਸ਼ ਕੇ ਨਿਵਾਜ ਦਿੰਦੇ, ਔਰ ਦੇਂਦਿਆਂ ਦੇਰੀ ਨਹੀਂ ਲਾਉਂਦੇ। ਐਸੇ ਦਿਆਲੂ ਹੋ। ਕਬੀਰ ਜੀ ਮਹਾਰਾਜ ਜੀ ਨੇ ਵੇਖਿਆ ਇੱਕ ਯੋਗੀ ਜਿਹੜਾ ਬੜਾ ਪਖੰਡੀ ਤੇ ਦੰਭੀ ਹੈ। ਇਹਨੇ ਕੋਈ ਭੂਤ ਸਿੱਧ ਕੀਤਾ ਹੋਇਆ, ਜਿਹਦੇ ਨਾਲ ਕੀ ਕਰਦਾ, ਇਹ ਜ਼ਮੀਨ ਤੋਂ ਉੱਪਰ ਉੱਠ ਜਾਂਦਾ, ਆਸਣ ਉੱਪਰ ਨੂੰ ਉਠਾ ਕੇ ਤੇ ਲੋਕਾਂ ਨੂੰ ਗੁੰਮਰਾਹ ਕਰਦਾ ਵੀ ਮੇਰੇ ਕੋਲ ਅਜਮਤ ਹੈ, ਮੇਰੇ ਕੋਲ ਕਲਾ ਹੈ। ਕਬੀਰ ਜੀ ਮਹਾਰਾਜ ਜੀ ਜਦੋਂ ਉਹਦੇ ਕੋਲ ਗਏ ਤੇ ਉਹਦਾ ਜਿਹੜਾ ਉਹ ਆਸਣ ਸਿੱਧ ਕੀਤਾ ਹੋਇਆ ਭੂਤ, ਉਹ ਥੱਲੇ ਜ਼ਮੀਨ ਤੇ ਡਿੱਗ ਪਿਆ, ਆਪ ਵੀ ਥੱਲੇ ਡਿੱਗ ਪਿਆ, ਹੁਣ ਉੱਚਾ ਉੱਠੇ ਨਾ। ਉਹਦੀ ਇਹੋ ਜੀ ਦਸ਼ਾ ਵੇਖ ਕੇ ਉਹਨੂੰ ਉਪਦੇਸ਼ ਦਿੰਦਿਆਂ ਕਬੀਰ ਜੀ ਮਹਾਰਾਜ ਜੀ ਨੇ ਅਗਲਾ ਸ਼ਬਦ ਰਾਗ ਬਿਲਾਵਲ ਵਿੱਚ ਉਚਾਰਨ ਕੀਤਾ, ਸੁਣੀਏ ਜੀ। ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ। ਰਾਗ ਬਿਲਾਵਲ ਵਿੱਚ ਮਹਾਰਾਜ ਕਬੀਰ ਜੀ ਸ਼ਬਦ ਉਚਾਰਦੇ ਨੇ, ਕਹਿੰਦੇ ਜੋਗੀ ਹੱਥ 'ਚ ਡੰਡਾ ਵੀ ਫੜਿਆ, ਕੰਨਾਂ 'ਚ ਮੁੰਦਰਾਂ ਵੀ ਪਾਈਆਂ ਨੇ ਤੇ ਗਲ ਵਿੱਚ ਝੋਲੀ ਦਾ ਆਧਾਰ ਵੀ ਬਣਾਇਆ ਹੋਇਆ ਖਿੰਥਾ। ਇਹ ਖਿੰਥਾ ਦੀ ਝੋਲੀ ਤਾਂ ਆਪਣੇ ਸਰੀਰ ਤੇ ਧਾਰਨ ਕੀਤੀ, ਇਹਦਾ ਆਧਾਰ ਬਣਾਇਆ ਹੋਇਆ ਹੈ। ਭਰਮ ਕੈ ਭਾਈ ਭਵੈ ਭੇਖ ਧਾਰੀ। ਭਰਮ ਦੇ ਵਿੱਚ ਭਿੱਜਿਆ ਹੋਇਆ ਤੂੰ, ਭਰਮ ਦੇ ਵਿੱਚ ਉਲਝਿਆ ਹੋਇਆ, ਔਰ ਭਰਮ ਦੇ ਭੇਖ ਦੇ ਵਿੱਚ ਪਿਆ ਹੋਇਆ ਤੂੰ। ਇਹ ਭੇਖ ਧਾਰੀ ਪਖੰਡੀ ਬਣ ਕੇ ਸੰਸਾਰ 'ਚ ਭਰਮ ਦਾ ਫਿਰਦਾ। ਭਵੈ ਭੇਖ ਧਾਰੀ, ਬਾਹਰੋਂ ਇਹ ਯੋਗੀਆਂ ਵਾਲਾ ਭੇਖ ਧਾਰਨ ਕਰਕੇ ਭਰਮ 'ਚ ਪੈ ਕੇ ਭਟਕਦਾ ਫਿਰਦਾ, ਭਵੰਦਾ ਫਿਰਦਾ। ਅਸਲੀਅਤ
ਵਿੱਚ ਤੂੰ ਯੋਗ ਦੀ ਅਵਸਥਾ ਨੂੰ ਨਹੀਂ ਜਾਣਿਆ। ਆਸਨ ਪਵਨ ਦੂਰ ਕਰ ਬਵਰੇ। ਉਹ ਬੌਰਿਆ, ਆ ਜਿਹੜਾ ਹਵਾ ਦੇ ਵਿੱਚ ਆਸਣ ਉਡਾਈ ਜਾਂਦਾ ਆਪਣਾ, ਇਹ ਪਖੰਡ ਤੇ ਹੰਕਾਰ ਦੂਰ ਕਰ, ਇਹਨੂੰ ਦੂਰ ਤਿਆਗ। ਇਹ ਕਿਹੜੇ ਉਲਝੇਵੇਂ ਚ ਤੂੰ ਉਲਝਿਆ ਹੋਇਆ? ਹੇ ਬਵਰਿਆ, ਬਵਰੇ ਕਹਿੰਦੇ ਨੇ ਬੌਰੇ ਨੂੰ, ਪਾਗਲ ਨੂੰ। ਬੌਰਾ ਹੋਇਆ ਫਿਰਦਾ, ਇਹ ਹਵਾ ਵਿੱਚ ਉਡਾਈ ਫਿਰਦਾ ਆਪਣੇ ਆਸਣ ਨੂੰ। ਇਹਨੂੰ ਛੱਡ, ਇਹਨੂੰ ਤਿਆਗ, ਇਹ ਲੋਕਾਂ ਨੂੰ ਵਿਖਾਵਾ ਕਰਨਾ ਛੱਡ। ਛੋੜ ਕਪਟ ਨਿਤ ਹਰ ਭਜ ਬਵਰੇ। ਬਵਰਿਆ, ਇਹ ਕਪਟ ਹੈ, ਇਹ ਛਲ ਹੈ, ਇਹ ਫਰੇਬ ਹੈ। ਲੋਕਾਂ ਨੂੰ ਵਿਖਾ ਕੇ ਭਟਕਦਾ, ਭਰਮਣ ਵਾਸਤੇ ਲੋਕਾਂ ਨੂੰ ਭਰਮਾਉਣਾ। ਇਹਨੂੰ ਛੱਡ, ਔਰ ਇਸ ਕਪਟ ਨੂੰ ਛੱਡ ਕੇ ਬਾਵਰਿਆ ਹਰੀ ਦਾ ਭਜਨ ਕਰ, ਪਰਮੇਸ਼ਰ ਦਾ ਭਜਨ ਕਰ। ਛੋੜ ਕਪਟ ਨਿਤ ਹਰ ਭਜ ਬਵਰੇ। ਕਪਟ ਛੱਡ ਕੇ, ਛਲ ਛੱਡ ਕੇ, ਫਰੇਬ ਦਾ ਤਿਆਗ ਕਰਕੇ ਹਰੀ ਦਾ ਭਜਨ ਕਰ ਬਵਰਿਆ। ਰਹਾਉ ਜੇ ਤੂੰ ਜਾਚੈ ਸੋਤਰ ਭਵਨ ਭੋਗੀ। ਕਹਿੰਦੇ ਜਿਹੜੀ ਮਾਇਆ ਤੂੰ ਮੰਗਦਾ ਫਿਰਦਾ ਨਾ ਲੋਕਾਂ ਨੂੰ ਵਿਖਾਵਾ ਕਰਕੇ, ਉਸ ਮਾਇਆ ਨੂੰ ਤਿੰਨਾਂ ਭਵਨਾਂ ਨੇ ਭੋਗਿਆ, ਯਾਨੀ ਕਿ ਸਾਰਿਆਂ ਦੀ ਝੂਠੀ ਹੈ ਇਹ ਮਾਇਆ। ਤਿੰਨਾਂ ਭਵਨਾਂ ਨੇ ਇਸ ਮਾਇਆ ਨੂੰ ਭੋਗਿਆ, ਜਿਹੜੀ ਤੂੰ ਮਾਇਆ ਮੰਗਦਾ ਵਿਖਾਵਾ ਕਰਕੇ। ਇਹ ਮਾਇਆ ਤਾਂ ਕਬਰੇ ਕਿੰਨੇ ਲੋਕਾਂ ਨੇ, ਸੰਸਾਰ ਦੇ ਕਿੰਨੇ ਜੀਵਾਂ ਨੇ ਭੋਗੀ ਹੈ, ਝੂਠੀ ਹੈ, ਇਹ ਅਪਵਿੱਤਰ ਹੈ ਜਿਹੜੀ ਤੈਂ ਮੰਗਦਾ। ਕਹਿ ਕਬੀਰ ਕੇਸੋ ਜਗ ਜੋਗੀ। ਕਬੀਰ ਜੀ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਕੇਸੋ ਦਾ ਮਤਲਬ ਹੁੰਦਾ ਪਰਮੇਸ਼ਰ ਕੇਸਾਂ ਵਾਲਾ ਰੱਬ। ਪਾਤਸ਼ਾਹ ਕਹਿੰਦੇ ਉਹਦੇ ਨਾਲ ਉਹ ਜਿਹੜਾ ਸਾਰੇ ਜੱਗ ਦੇ ਵਿੱਚ ਵਰਤਦਾ ਹੈ, ਹੇ ਯੋਗੀ ਉਹਦੇ ਨਾਲ ਜੁੜ। ਜੋਗੀ ਦਾ ਮਤਲਬ ਹੁੰਦਾ ਜੁੜਨਾ। ਉਹਦੇ ਨਾਲ ਜੁੜ ਜਿਹੜਾ ਸਾਰੇ ਸੰਸਾਰ ਵਿੱਚ ਵਿਆਪਕ ਹੈ, ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਵਿਆਪਕ ਹੈ, ਉਹਦੇ ਨਾਲ ਜੁੜ। ਜਿਹੜੀ ਮਾਇਆ ਤੂੰ ਵਿਖਾਵਾ ਕਰਕੇ ਲੋਕਾਂ ਕੋਲੋਂ ਮੰਗਦਾ ਫਿਰਦਾ, ਇਹ ਮਾਇਆ ਤਿੰਨਾਂ ਭਵਨਾਂ ਨੇ ਭੋਗੀ ਹੈ। ਜਿਹੜਾ ਰੁਪਈਆ ਪੈਸਾ ਸੰਸਾਰ ਦਾ, ਮਾਇਆ ਕਈ ਪ੍ਰਕਾਰ ਦੀ ਹੈ। ਜਿਹੜੇ ਰੁਪਏ ਪੈਸੇ ਅੱਜ ਸਾਡੀ ਜੇਬ ਵਿੱਚ ਨੇ, ਸਾਡੇ ਤੋਂ ਪਹਿਲਾਂ ਖਬਰੇ ਕਿਹਦੀ ਜੇਬ ਵਿੱਚ ਸਨ, ਉਸ ਤੋਂ ਪਹਿਲਾਂ ਕਿਹਦੀ ਜੇਬ ਵਿੱਚ ਸਨ, ਸਾਡੇ ਤੋਂ ਬਾਅਦ ਖਬਰੇ ਕਿਹਦੀ ਜੇਬ ਵਿੱਚ ਜਾਣੇ ਆ, ਕਿਸੇ ਇੱਕ ਦੇ ਕੋਲ ਤਾਂ ਨਹੀਂ। ਔਰ ਪਾਤਸ਼ਾਹ ਕਹਿੰਦੇ ਜਿਹੜੀ ਸਾਰੇ ਸੰਸਾਰ ਦੇ ਲੋਕ ਭੋਗਦੇ ਫਿਰਦੇ ਆ, ਜਿਸ ਮਾਇਆ ਨੂੰ ਤੂੰ ਉਹ ਮੰਗਦਾ, ਜਿਹੜਾ ਸਾਰੇ ਸੰਸਾਰ ਵਿੱਚ ਮਿਲਿਆ ਪਵਿੱਤਰ, ਸ਼ੁੱਧ ਹੈ, ਨਿਰਮਲ ਹੈ, ਉਹਨੂੰ ਤੂੰ ਕਦੇ ਮਿਲਣ ਵਾਸਤੇ ਇੱਛਾ ਹੀ ਨਹੀਂ ਕੀਤੀ, ਉਹਦੇ 'ਚ ਭੇਦ ਹੋਣ ਦੀ ਕਦੇ ਜਗਿਆਸਾ ਹੀ ਨਹੀਂ ਕੀਤੀ। ਕਬੀਰ ਜੀ ਨੇ ਇੱਥੇ ਅਕਾਲ ਪੁਰਖ ਜੀ ਵਾਸਤੇ ਕੇਸੋ ਸ਼ਬਦ ਵਰਤਿਆ। ਕੇਸੋ ਜਗ ਜੋਗੀ। ਕੇਸੋ, ਕੇਸੋ ਮਤਲਬ ਕੇਸਾ ਵਾਲਾ। ਪਰਮੇਸ਼ਰ ਦਾ ਸਰੂਪ ਕੇਸਾ ਧਾਰੀ ਹੈ। ਕੇਸੋ ਕੇਸੋ ਕੂਕੀ ਹੈ। ਕੇਸ਼ਵ, ਭਗਵਾਨ ਕ੍ਰਿਸ਼ਨ ਜੀ ਨੇ ਵੀ ਇਹ ਸ਼ਬਦ ਗੀਤਾ ਵਿੱਚ ਵਰਤਿਆ। ਅਰਜਨ ਭਗਵਾਨ ਕ੍ਰਿਸ਼ਨ ਨੂੰ ਸੰਬੋਧਨ ਕਰਕੇ ਕਹਿੰਦਾ ਕੇਸ਼ਵ, ਕੇਸਾਂ ਵਾਲਾ। ਪਰਮੇਸ਼ਰ ਦਾ ਸਰੂਪ, ਅਕਾਲ ਪੁਰਖ ਦਾ ਸਰੂਪ ਵੀ ਕੇਸਾਂ ਵਾਲਾ ਹੈ। ਇਸ ਕਰਕੇ ਇੱਥੇ ਕੇਸੋ ਸ਼ਬਦ ਪਰਮੇਸ਼ਰ ਦਾ ਵਾਚਕ ਹੈ ਕਿ ਉਹਦੇ ਨਾਲ ਜੁੜ ਜਿਹੜਾ ਸਾਰੇ ਜੱਗ ਦੇ ਵਿੱਚ ਵਰਤਦਾ, ਸਾਰੇ ਜੱਗ ਵਿੱਚ ਵਸਦਾ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀਆਂ ਪਾਵਨ ਵਿਚਾਰਾਂ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।